बोल पंजासी निवासी राष्ट्रीय पिछड़ा वर्ग मोर्चा जिंदाबाद जिंदाबाद राष्ट्रीय पिछड़ा वर्ग मोर्चा जिंदाबाद जिंदाबाद जिंदाबाद। ਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਮਨਪ੍ਰੀਤ ਸਿੰਘ ਆਜ਼ਾਦ ਹਰ ਵਾਰੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਹਾਂ। ਅੱਜ ਜੋ ਮੁੱਦਾ ਲੈ ਕੇ ਹਾਜ਼ਰ ਹੋਇਆ ਹਾਂ ਕਿ ਰਾਸ਼ਟਰੀ ਪਿਛੜਾ ਵਰਗ ਜਿਨ੍ਹਾਂ ਵੱਲੋਂ ਪੰਜਾਬ ਅਤੇ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ, ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਸਾਰੇ ਸ਼ਖਸ ਇੱਥੇ OBC ਮੋਰਚਾ ਦੇ ਜਿਹੜੇ ਨੁਮਾਇੰਦੇ ਹਨ ਉਹ ਇੱਥੇ ਮੌਜੂਦ ਹਨ। ਗੱਲਬਾਤ ਕਰਦੇ ਹਾਂ। ਕੀ ਨਾਮ ਜੀ ਆਪ ਜੀ ਦਾ? ਰਜਿੰਦਰ ਸਿੰਘ। ਅੱਜ ਕਾਹਦੇ ਵਾਸਤੇ ਇੱਥੇ ਇਕੱਠੇ ਹੋਏ ਹੋ? ਅੱਜ ਦੀ ਮੀਟਿੰਗ ਦਾ ਮੇਨ ਮਕਸਦ ਜੋ ਸੀਗਾ ਉਹ 25 ਤਰੀਕ ਨੂੰ ਭਾਰਤ ਬੰਦ ਦੀ ਕਾਲ ਜਿਹੜੀ ਪਿਛੜਾ ਵਰਗ ਰਾਸ਼ਟਰੀ ਪਿਛੜਾ ਵਰਗ ਆਯੋਗ ਵੱਲੋਂ ਦਿੱਤੀ ਗਈ ਆ ਉਸ ਨੂੰ ਸਫਲ ਬਣਾਉਣ ਬਾਰੇ ਸੀਗਾ। ਕਿਹੜੇ ਮੁੱਦੇ ਕਿੰਨਾ ਮੁੱਦਿਆਂ ਨੂੰ ਲੈ ਕੇ ਭਾਰਤ ਬੰਦ ਹੋ ਰਿਹਾ? ਸਭ ਤੋਂ ਪਹਿਲਾ ਮੁੱਦਾ ਹੈ ਜੀ, ਜਾਣੀ ਕਿ OBC ਦੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਜਾਤੀ ਜਨਗਣਨਾ ਜਿਹੜੀ ਹੈ ਉਹ ਨਹੀਂ ਕਰਾਈ ਤੇ ਸਾਡਾ ਮੇਨ ਮੁੱਦਾ ਵਾ ਕਿ ਜਾਣੀ ਕਿ OBC ਦੀ ਜਾਤੀ ਆਧਾਰਿਤ ਜਨਗਣਨਾ ਜਿਹੜੀ ਉਹ ਕਰਵਾਈ ਜਾਵੇ। ਦੂਸਰਾ ਮੁੱਦਾ ਵਾ ਕਿ EVM ਦੇ ਚੱਲਦਿਆਂ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਵਿਸਥਾਰ ਨਾਲ ਥੋੜ੍ਹਾ ਦੱਸਿਆ ਜਾਵੇ ਜਾਤੀ ਜਨਗਣਨਾ। ਜਾਤੀ ਜਨਗਣਨਾ ਦਾ ਮਕਸਦ ਯਾਨੀ ਕਿ ਇਹ ਹੈ ਕਿ ਭਾਰਤ ਦੀ ਜੇਕਰ 100% ਆਬਾਦੀ ਹੈ ਉਹਦੇ ਵਿੱਚ OBC 1931 ਦੀ ਜਨਗਣਨਾ ਦੇ ਮੁਤਾਬਕ ਭਾਰਤ ਵਿੱਚ ਉਸ ਵੇਲੇ OBC ਦੀ ਜਿਹੜੀ ਜਾਤੀ ਹੈਗੀ ਸੀ ਸੰਖਿਆ ਸੀ ਉਹ 52% ਸੀਗੀ। ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਆਬਾਦੀ ਵਧੀ ਹੈ ਅੱਜ ਇੱਕ ਅੰਦਾਜ਼ੇ ਮੁਤਾਬਕ ਭਾਰਤ ਦੇ ਵਿੱਚ OBC ਦੀ ਜਨਸੰਖਿਆ ਜਿਹੜੀ ਹੈ ਉਹ 60% ਦੇ ਕਰੀਬ ਆ। ਲੇਕਿਨ ਜਿਹੜਾ ਰਾਜ ਕਰਦੀ ਧਿਰ ਆ ਉਹ ਰਾਜ ਕਰਦੀ ਧਿਰ ਜਿਹੜੀ ਆ ਉਹ ਮੇਨ ਵੈਸੇ ਅਸੀਂ ਉਹਨੂੰ 13% ਗਿਣ ਲੈਂਦੇ ਆ। ਜਿੰਨੀਆਂ ਵੀ ਲਾਭਦਾਇਕ ਪੋਸਟਾਂ ਨੇ ਉਹ ਸਾਰੀਆਂ ਉਹਨਾਂ ਕੋਲ ਆ। ਜਦੋਂ ਕਿ ਸਾਨੂੰ ਜਾਤੀ ਦੇ ਆਧਾਰ ਤੇ 60% ਸਾਡੀਆਂ ਪੋਸਟਾਂ ਜਿਹੜੀਆਂ ਨੇ ਬਣਦੀਆਂ ਨੇ ਨਾ, ਤੇ ਉਹ ਸਾਨੂੰ ਸਾਡੀ ਨੌਕਰੀਆਂ ਸਰਕਾਰੀ ਨੌਕਰੀਆਂ ਦੇ ਵਿੱਚ ਸਾਨੂੰ ਯਾਨੀ ਕਿ ਕੋਈ ਰਿਜ਼ਰਵੇਸ਼ਨ ਦਿੱਤੀ ਜਾਂਦੀ ਆ। ਸੁਪਰੀਮ ਕੋਰਟ ਵੱਲੋਂ ਇੱਕ ਕੋਝਾ ਮਜ਼ਾਕ ਕੀਤਾ ਗਿਆ ਸਾਡੇ ਨਾਲ, ਜਦੋਂ ਕਿ ਕਾਕਾ ਕਲੀਅਰ ਕਰ ਕਮਿਸ਼ਨ ਨੇ ਸਾਨੂੰ 70% ਰਿਜ਼ਰਵੇਸ਼ਨ ਦਿੱਤੀ ਸੀਗੀ। ਲੇਕਿਨ ਇਹਨਾਂ ਮਨੂਵਾਦੀ ਸਰਕਾਰਾਂ ਨੇ ਦੇ ਚੱਲਦਿਆਂ ਮਰਾਰਜੀ ਦੇਸਾਈ ਨੇ ਇੱਕ ਨਵਾਂ ਕਮਿਸ਼ਨ ਜਿਹੜਾ ਵਾ ਉਹ ਬਣਾਇਆ ਜੀ, BP ਮੰਡਲ, ਜਿਸ ਨੂੰ ਮੰਡਲ ਕਮਿਸ਼ਨ ਦੀ ਰਿਪੋਰਟ ਕਿਹਾ ਜਾਂਦਾ। ਮੰਡਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਜੋ ਸਾਨੂੰ ਯਾਨੀ ਕਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਸੀ ਸਰਕਾਰ ਵੱਲੋਂ, ਉਹ ਜਿਸ ਦਿਨ ਇਹ ਰਿਪੋਰਟ ਰੱਖੀ ਜਾਂਦੀ ਹੈ ਪਾਰਲੀਮੈਂਟ 'ਚ ਉਸ ਵੇਲੇ ਇਹ 'ਤੇ ਕੋਈ ਚਰਚਾ ਨਹੀਂ ਕੀਤੀ ਜਾਂਦੀ। ਇਹ ਅਸੂਲ ਆ ਕਿ ਜਦੋਂ ਵੀ ਕਿਸੇ ਕਮਿਸ਼ਨ ਦੀ ਰਿਪੋਰਟ ਆਉਂਦੀ ਆ ਤਾਂ ਉਹਦੀ ਪਾਰਲੀਮੈਂਟ ਵਿੱਚ ਪੂਰੀ ਚਰਚਾ ਜਿਹੜੀ ਆ ਕਰਵਾਈ ਜਾਂਦੀ ਆ, ਤਾਂ ਜੋ ਸਾਰੀ ਭਾਰਤ ਨੂੰ ਜਾਂ ਸਾਰੀ ਦੁਨੀਆ ਨੂੰ ਪਤਾ ਲੱਗ ਸਕੇ ਕਿ ਇਸ ਰਿਪੋਰਟ ਦੇ ਵਿੱਚ ਕੀ ਹੈ। ਲੇਕਿਨ ਜੋ ਸਾਡੇ ਨਾਲ ਖੇਡ ਖੇਡੀ ਗਈ ਉਹ ਖੇਡ ਇਹ ਖੇਡੀ ਗਈ ਕਿ VP ਸਿੰਘ ਨੇ ਮੰਡਲ ਕਮਿਸ਼ਨ ਦੀ ਰਿਪੋਰਟ ਤਾਂ ਲਾਗੂ ਕਰ ਦਿੱਤੀ ਪਰ ਉਹਦੇ ਬਾਰੇ ਕੋਈ ਵਿਚਾਰ ਚਰਚਾ ਨਹੀਂ ਕੀਤੀ, ਔਰ ਉਸ ਮੰਡਲ ਕਮਿਸ਼ਨ ਰਿਪੋਰਟ ਦੇ ਨੂੰ ਆਧਾਰ ਬਣਾ ਕੇ BC ਸਮਾਜ ਦੇ ਨੌਜਵਾਨਾਂ ਦਾ ਹੀ ਘਾਣ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ। ਔਰ ਇਸ ਚਾਤਰ ਵਰਗ ਨੇ SC ਸਮਾਜ ਦੇ ਨੌਜਵਾਨਾਂ ਨੂੰ ਇਸ ਗੱਲ ਤੇ ਯਾਨੀ ਕਿ ਲਾਮਬੰਦ ਕਰ ਲਿਆ ਕਿ ਤੁਹਾਡਾ ਹੱਕ ਜਿਹੜਾ ਵਾ ਉਹ BC ਸਮਾਜ ਨੂੰ ਦਿੱਤਾ ਜਾ ਰਿਹਾ ਵਾ, ਜਦੋਂ ਕਿ ਯਾਨੀ ਕਿ BC ਸਮਾਜ ਨੂੰ ਉਹਨਾਂ ਦਾ ਆਪਣਾ ਹੱਕ ਮਿਲ ਰਿਹਾ ਸੀਗਾ। ਇਹਨਾਂ ਵੱਲੋਂ ਹੀ ਯਾਨੀ ਕਿ ਸੁਪਰੀਮ ਕੋਰਟ 'ਚ ਇੱਕ ਰਿਟ ਪਾਤੀ ਜਾਂਦੀ ਹੈ ਮੰਡਲ ਕਮਿਸ਼ਨ ਦੇ ਖਿਲਾਫ। ਉਸ ਰਿਟ ਦੇ ਮੁਤਾਬਕ ਜਿਹੜਾ ਸੁਪਰੀਮ ਕੋਰਟ ਨੇ OBC ਵਰਗ ਦੇ ਨਾਲ ਕੋਝਾ ਮਜ਼ਾਕ ਕੀਤਾ, ਉਹ ਮਜ਼ਾਕ ਇਹ ਸੀ ਕਿ ਇਹਨਾਂ ਨੂੰ 27% ਰਿਜ਼ਰਵੇਸ਼ਨ ਤੋਂ ਸੀਮਿਤ ਕਰ ਦਿੱਤਾ ਗਿਆ। ਉਸ ਤੋਂ ਅੱਗੇ ਚੱਲ ਕੇ ਸੈਂਟਰ ਗੌਰਮੈਂਟ ਨੇ ਇੱਕ ਹੋਰ ਆਰਡਰ ਕੀਤਾ ਔਰ ਸੁਪਰੀਮ ਕੋਰਟ ਦਾ ਵੀ ਆਰਡਰ ਹੈ ਕਿ ਜਿਹੜਾ ਇਹ 27% ਰਿਜ਼ਰਵੇਸ਼ਨ ਆ ਇਹ ਸਟੇਟ ਸਬਜੈਕਟ ਆ ਜੀ। ਕੋਈ ਸਟੇਟ ਚਾਹਵੇ ਉਹ ਜਿੰਨਾ ਚਾਹਵੇ ਦੇ ਸਕਦੀ ਹੈ। ਸੈਂਟਰ ਗੌਰਮੈਂਟ ਨੇ ਆਪਣੇ ਵੱਲੋਂ ਲਾਗੂ ਕਰ ਦਿੱਤਾ, ਕਿਸੇ ਸਟੇਟ ਨੇ 5% ਲਾਗੂ ਕੀਤਾ, ਕਿਸੇ ਨੇ 10% ਲਾਗੂ ਕੀਤਾ, ਕਿਸੇ ਨੇ 12% ਲਾਗੂ ਕੀਤਾ। ਪੰਜਾਬ ਦੇ ਵਿੱਚ 5% ਮਿਲ ਰਿਹਾ ਹੈ ਔਰ ਉਹਦਾ ਵੀ ਉਹ ਬੈਕਲੌਗ ਚੱਲ ਰਿਹਾ ਹੈ। ਪਿੱਛੇ ਸਭ ਤੋਂ ਵੱਡਾ ਜਿਹੜਾ ਇਹਦਾ ਪ੍ਰਮਾਣ ਮਿਲਦਾ ਵਾ ਉਹ ਇਹ ਮਿਲਦਾ ਵਾ ਕਿ UPSC ਦੀ OBC ਸਮਾਜ ਦੇ ਬੱਚਿਆਂ ਨੇ
24 ਬੱਚਿਆਂ ਨੇ ਉਹ OBC ਐਗਜ਼ਾਮ ਪਾਸ ਕੀਤਾ। ਉਹਨਾਂ ਨੂੰ IAS ਦੀ ਨਿਯੁਕਤੀ ਪੱਤਰ ਦੇਣ ਦੀ ਬਜਾਏ ਉਹਨਾਂ ਤੇ ਕ੍ਰਿਮੀਨਲ ਲੇਅਰ ਦੀ ਯਾਨੀ ਕਿ ਸ਼ਰਤ ਲਾ ਕੇ ਉਹਨਾਂ ਨੂੰ UPSC ਤੋਂ ਬਾਹਰ ਕਰ ਦਿੱਤਾ। ਜੇ ਕਿ ਜਿਹੜੀ ਯਾਨੀ ਕਿ ਬਹੁਤ ਵੱਡੀ ਯਾਨੀ ਕਿ ਨਾਇਨਸਾਫੀ ਆ। ਹੋਰ ਕਿਹੜੇ ਗੱਲਾਂ ਹਨ ਜਿਹੜੀਆਂ ਭਾਰਤ ਸਰਕਾਰ ਦੇ ਵਿਰੋਧ ਵਿੱਚ ਹਨ, ਜੋ ਕੰਮ ਨਹੀਂ ਕਰ ਰਹੇ, ਜਿਹੜੀਆਂ ਗੱਲਾਂ ਲੈ ਕੇ ਜਿਹੜਾ ਭਾਰਤ ਬੰਦ ਕੀਤਾ ਜਾ ਰਿਹਾ 25 ਤਰੀਕ ਨੂੰ? ਦੂਜੀ ਗੱਲ ਹੈ ਕਿ EVM ਮੇਨ ਮੁੱਦਾ ਹੈ। ਹੁਣ EVM ਦੇ ਚੱਲਦਿਆਂ ਪਿੱਛੇ ਇੱਕ ਡਿਬੇਟ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ 10,000 ਵੋਟ ਜਿਹੜੀ ਹੈ ਉਹ DM ਦੇ ਹੱਥ 'ਚ ਹੁੰਦੀ ਹੈ ਇੱਧਰ ਉੱਧਰ ਕਰਨੀ। 10,000 ਵੋਟ DM ਦੇ ਹੱਥ 'ਚ ਹੁੰਦੀ ਹੈ ਕਿ ਉਹ ਇੱਧਰ ਉੱਧਰ ਕਰ ਸਕਦਾ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਸਾਡੀ UP 'ਚ ਹੈ ਕਿ ਜਿੱਥੇ 500 ਤੋਂ ਲੈ ਕੇ 1000 ਤੱਕ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਹਰਾਈਆਂ ਗਈਆਂ ਨੇ। ਜੇ ਇੱਕ DM 10,000 ਵੋਟ ਜਿਹੜੀ ਇੱਧਰ ਉੱਧਰ ਕਰ ਸਕਦਾ ਹੈ ਤੇ 1000 ਤੋਂ 500 ਵੋਟ ਤੇ ਇੱਧਰ ਉੱਧਰ ਕਰਨੀ ਕੋਈ ਉਹਦਾ ਤੇ ਵੱਡੀ ਗੱਲ ਨਹੀਂ ਗੀ। ਇਸ ਲਈ ਸਾਡੀ ਇਹ ਡਿਮਾਂਡ ਹੈ ਕਿ EVM ਦੀ ਬਜਾਏ ਵੋਟ ਜਿਹੜਾ ਉਹ ਬੈਲਟ ਪੇਪਰ ਨਾਲ ਹੋਣਾ, ਵੋਟਿੰਗ ਬੈਲਟ ਪੇਪਰ ਨਾਲ ਹੋਣੀ ਚਾਹੀਦੀ ਹੈ। ਇਸ ਮਸਲੇ ਨੂੰ ਲੈ ਕੇ ਵੀ ਅਸੀਂ ਭਾਰਤ ਬੰਦ ਦੀ ਕਾਲ ਦਿੱਤੀ ਹੋਈ ਹੈ। ਉਸ ਤੋਂ ਇਲਾਵਾ ਕਈ ਹੋਰ ਭਖਦੇ ਮਸਲੇ ਨੇ। ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਗਰੀਬ ਲੋਕਾਂ ਨਾਲ ਔਰ ਗਰੀਬ ਲੋਕਾਂ ਦੀਆਂ ਬੱਚੀਆਂ ਦੇ ਨਾਲ ਇੰਨੇ ਘਟੀਆ ਕੰਮ ਕੀਤੇ ਜਾ ਰਹੇ ਨੇ ਕਿ ਜਿਹੜੇ ਅਸੀਂ ਯਾਨੀ ਕਿ ਚੈਨਲ 'ਤੇ ਨਹੀਂ ਦੱਸ ਸਕਦੇ। ਜੇਕਰ ਸਰਕਾਰ ਇੱਕ ਪਾਸੇ ਮੋਦੀ ਸਾਹਿਬ ਕਹਿੰਦੇ ਨੇ ਕਿ ਸਬਕਾ ਸਾਥ ਸਬਕਾ ਵਿਕਾਸ ਤੇ ਨਜ਼ਰ ਤੇ ਇਹ ਆ ਰਿਹਾ ਕਿ 3% ਦਾ ਵਿਕਾਸ ਹੋ ਰਿਹਾ ਵਾ, ਬਾਕੀ ਦੇ ਲੋਕਾਂ ਦਾ ਵਿਨਾਸ਼ ਹੋ ਰਿਹਾ ਵਾ। ਤੇ ਸਾਡੀ ਯਾਨੀ ਕਿ ਭਾਰਤ ਸਰਕਾਰ ਤੋਂ ਇਹ ਵੀ ਡਿਮਾਂਡ ਹੈ ਕਿ ਆਪਣੀ ਕਰਨੀ ਤੇ ਕਹਿਣੀ ਦੇ ਵਿੱਚ ਕੋਈ ਵੀ ਫਰਕ ਜਿਹੜਾ ਨਾ ਰੱਖਿਆ ਜਾਵੇ। ਹੋਰ ਵੀ ਇੱਥੇ ਸਾਡੇ ਨਾਲ ਬਹੁਤ ਸਾਰੇ ਨੁਮਾਇੰਦੇ ਜਿਹੜੇ ਇੱਥੇ ਮੌਜੂਦ ਹਨ, ਗੱਲਬਾਤ ਕਰਦੇ ਹਾਂ। ਹੋਰ ਕਿਹੜੇ ਕਾਰਨ ਹਨ ਜਿਨ੍ਹਾਂ ਨੂੰ ਲੈ ਕਰਕੇ ਤੁਸੀਂ ਭਾਰਤ ਬੰਦ ਦਾ ਸੱਦਾ ਦਿੱਤਾ? ਅੰਮ੍ਰਿਤਸਰ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ, ਅੰਮ੍ਰਿਤਸਰ ਦੇ ਵਿੱਚ ਕਿਹੜੇ ਕੰਮ ਕੀਤੇ ਜਾਣਗੇ ਜਿਨ੍ਹਾਂ ਨੂੰ ਲੈ ਕੇ ਭਾਰਤ ਬੰਦ ਕੀਤਾ ਜਾਵੇਗਾ? ਸਾਥੀਓ, ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਮੈਂ ਚੰਚਲ ਸਿੰਘ, ਸਟੇਟ ਉਪ ਪ੍ਰਧਾਨ ਬਹੁਜਨ ਮੁਕਤੀ ਪਾਰਟੀ। ਸਾਡੀ ਅੱਜ ਦੀ ਜਿਹੜੀ ਇੱਥੇ ਹਿੰਮਤਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਜਿਹੜੀ ਮੀਟਿੰਗ ਇਕੱਤਰਤਾ ਹੋਈ ਆ, ਉਸ ਇਕੱਤਰਤਾ ਦੇ ਵਿੱਚ ਜਿਹੜੇ ਆ ਸਾਡੇ SC BC ਮਿਨੋਰਟੀ ਦੇ ਨੁਮਾਇੰਦੇ ਜਿਹੜੇ ਆ ਇਕੱਤਰ ਹੋਏ ਨੇ ਜੀ। ਔਰ 25 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਆ। ਔਰ ਅਸੀਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ, ਜ਼ਿਲ੍ਹੇ ਦੇ ਵਿੱਚ 25 ਤਰੀਕ ਨੂੰ ਜਿਹੜਾ ਜੰਗੀ ਪੱਧਰ 'ਤੇ ਹੀ ਭਾਰਤ ਬੰਦ ਕਰਨ ਦੇ ਵਿੱਚ ਹਿੱਸਾ ਯੋਗਦਾਨ ਪਾਵਾਂਗੇ। ਔਰ ਜਿਹੜੇ ਭਾਰਤ ਬੰਦ ਦੀ ਜਿਹੜੀ ਕਾਲ ਆ ਉਹ ਸਾਡੇ ਰਾਸ਼ਟਰੀ ਪਿਛੜਾ ਵਰਗ ਮੋਰਚਾ ਵੱਲੋਂ ਆ। ਔਰ ਸਾਡੇ ਰਾਸ਼ਟਰੀ ਪਿਛੜਾ ਵਰਗ ਮੋਰਚੇ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਚੌਧਰੀ ਵਿਕਾਸ ਪਟੇਲ ਜੀ ਆ, ਉਹਨਾਂ ਦੀ ਇਹ ਕਾਲ ਜਿਹੜੀ ਆ ਉਹ ਭਾਰਤ ਦੇ 550 ਜ਼ਿਲ੍ਹਿਆਂ ਦੇ ਵਿੱਚ ਭਾਰਤ ਬੰਦ ਦੀ ਜਿਹੜੀ ਇਹ ਕਾਲ ਆ। ਔਰ ਉਸ ਕਾਲ ਦੇ ਤਹਿਤ ਹੀ ਪੰਜਾਬ ਦੇ ਵਿੱਚ ਵੀ ਪੂਰੇ ਸਾਰੇ ਪੰਜਾਬ ਦੇ ਵਿੱਚ ਹੀ ਭਾਰਤ ਬੰਦ ਜਿਹੜਾ ਵਾ ਉਹ ਕਰਨ ਜਾ ਰਹੇ ਆ। ਔਰ ਜਿਹੜਾ ਭਾਰਤ ਬੰਦ ਦੇ ਵਿੱਚ ਜਿਹੜਾ ਮੇਨ ਮੁੱਦਾ ਵਾ ਉਹ ਹੈਗਾ ਵਾ ਵੀ ਸਾਡਾ ਜਿਹੜਾ ਭਾਰਤ ਦਾ ਬਹੁਤ ਸੰਖਿਅਕ ਜਿਹੜੇ ਲੋਕ ਆ, ਜਿਨ੍ਹਾਂ ਦੀ ਪਾਪੂਲੇਸ਼ਨ 52% ਤੋਂ ਵੀ ਜ਼ਿਆਦਾ ਵਾ, ਉਹਨਾਂ ਦੀ ਅਜੇ ਤੱਕ ਜਾਤੀ ਆਧਾਰਿਤ ਜਨਗਣਨਾ ਨਹੀਂ ਕੀਤੀ ਗਈ। ਔਰ ਜੋ ਵੀ ਨੈਸ਼ਨਲ ਲੈਵਲ 'ਤੇ ਜਿਹੜੀਆਂ ਪਾਲਿਸੀਆਂ ਬਣਦੀਆਂ ਨੇ ਉਹ ਜਾਤੀ ਦੇ ਆਧਾਰ 'ਤੇ ਬਣਦੀਆਂ ਨੇ। ਜੇਕਰ OBC ਵਰਗ ਦੀਆਂ, ਪਿਛੜੇ ਵਰਗ ਦੀ ਜਾਤੀ ਆਧਾਰਿਤ ਜਨਸੰਖਿਆ ਦੇ ਬਾਰੇ ਹੀ ਪਤਾ ਨਹੀਂ ਆ ਤਾਂ ਉਹ ਪਾਲਿਸੀਆਂ ਦਾ ਜਿਹੜਾ ਫਾਇਦਾ ਜਿਹੜਾ ਵਾ ਉਹ ਜਿਹੜਾ ਬ੍ਰਾਹਮਣ ਬਣੀਆਂ ਜਿਹੜਾ ਵਾ ਉਹ ਇਹਦਾ ਉਠਾਈ ਜਾ ਰਿਹਾ ਵਾ। ਕਿਉਂਕਿ ਬ੍ਰਾਹਮਣ ਬਣੀਏ ਦੀ ਜਿਹੜੀ ਜਨਸੰਖਿਆ ਉਹ 15% ਆ, ਪਰ ਭਾਰਤ ਦੇ ਵਿੱਚ ਉਹਦੀ ਹਿੱਸੇਦਾਰੀ ਜਿਹੜੀ ਆ ਉਹ 80% ਦੇ ਕਰੀਬ ਆ। ਜਿੰਨੀਆਂ ਵੀ ਚਾਹੇ ਤੁਸੀਂ ਕਾਰਜਪਾਲਿਕਾ ਦੇ ਵਿੱਚ ਵੇਖ ਲਓ, ਨਿਆਂਪਾਲਿਕਾ ਦੇ ਵਿੱਚ ਵੇਖ ਲਓ, ਵਿਧਾਨ ਪਾਲਿਕਾ ਦੇ ਵਿੱਚ ਵੇਖ ਲਓ, ਔਰ 80% ਉਹਨਾਂ ਦੀ ਹਿੱਸੇਦਾਰੀ ਆ।
ਔਰ ਜਾਤੀ ਆਧਾਰਿਤ ਜਨਗਣਨਾ ਨਾ ਹੀ ਕਰਾਉਣ ਕਰਕੇ ਉਹ ਆਪਣੇ ਆਪ ਨੂੰ ਬਹੁਤ ਸੰਖਿਅਕ ਜਿਹੜੇ ਕਹਾਉਂਦੇ ਆ। ਔਰ ਜਿੰਨੀਆਂ ਵੀ ਪਾਲਿਸੀਆਂ ਜਿਹੜੇ ਹਾਈ ਲੈਵਲ ਤੇ ਜਿਹੜੇ ਪਾਲਿਸੀਆਂ ਨਿਰਧਾਰਿਤ ਹੁੰਦੀਆਂ ਨੇ, ਜੇ ਜਾਤੀ ਆਧਾਰਿਤ ਜਨਗਣਨਾ ਹੋਵੇ, ਜਿਸ ਤਰ੍ਹਾਂ ਵੀ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਲਿਖਿਆ ਵਾ, ਜਿੰਨੀ ਕਿਸੇ ਦੀ ਹਿੱਸੇਦਾਰੀ ਉਨੀ ਭਾਗੀਦਾਰੀ। ਔਰ ਭਾਗੀਦਾਰੀ ਦੇ ਤਾਂ ਹੀ ਲਈ ਜਾਵੇਗੀ ਨਾ ਜੇ ਸਾਡੀ ਜਨਸੰਖਿਆ ਦਾ ਸਾਨੂੰ ਪਤਾ ਹੀ ਨਹੀਂ ਆ। ਸਾਡੀ ਕਮ ਸੇ ਕਮ ਜਨਸੰਖਿਆ ਦਾ ਪਤਾ ਹੋਵੇ ਫਿਰ ਹੀ ਸਾਨੂੰ ਹਿੱਸੇਦਾਰੀ ਮਿਲੇਗੀ ਨਾ। ਇਸ ਕਰਕੇ ਭਾਰਤ ਬੰਦ ਜਿਹੜਾ ਵਾ ਉਹ 11 ਪੁਆਇੰਟ ਦੇ 11 ਮੁੱਦੇ ਨੇ ਜਿਨ੍ਹਾਂ ਦੇ ਤੇ ਭਾਰਤ ਬੰਦ ਕੀਤਾ ਜਾ ਰਿਹਾ ਵਾ। ਔਰ ਸਾਡਾ ਜਿਹੜਾ ਮੇਨ ਮੁੱਦਾ ਵਾ ਉਹ ਰਾਸ਼ਟਰੀ ਪਿਛੜਾ ਵਰਗ ਮੋਰਚਾ ਦੀ ਜਿਹੜੀ ਰਾਸ਼ਟਰੀ ਪਿਛੜਾ ਵਰਗ ਸਮਾਜ ਦੀ ਜਿਹੜੀ ਉਹ ਜਾਤੀ ਆਧਾਰਿਤ ਜਨਗਣਨਾ ਜਿਹੜੀ ਆ ਉਹ ਹੋਣੀ ਚਾਹੀਦੀ ਆ। ਔਰ ਦੂਸਰਾ ਸਾਡਾ ਮੁੱਦਾ ਵਾ ਈਵੀਐਮ ਦਾ। ਈਵੀਐਮ ਦਾ ਜਿਹੜਾ ਮੁੱਦਾ ਵਾ, ਬਾਬਾ ਸਾਹਿਬ ਨੇ ਕਿਹਾ ਸੀਗਾ ਵੀ ਹੁਣ ਜਿਹੜਾ ਰਾਜਾ ਵਾ ਉਹ ਰਾਣੀ ਦੇ ਪੇਟੋਂ ਨਹੀਂ ਪੈਦਾ ਹੋਵੇਗਾ, ਉਹ ਜਿਹੜਾ ਰਾਜਾ ਵਾ ਉਹ ਬੈਲਟ ਪੇਪਰ ਨਾਲ ਪੈਦਾ ਹੋਵੇਗਾ। ਉਹ ਬੈਲਟ ਪੇਪਰ ਖ਼ਤਮ ਕਰਕੇ ਇਹਨਾਂ ਨੇ ਈਵੀਐਮ ਲੈ ਆਂਦੀ ਆ। ਹੁਣ ਜਿਹੜਾ ਰਾਜਾ ਵਾ ਉਹ ਈਵੀਐਮ ਦੇ ਵਿੱਚੋਂ ਪੈਦਾ ਹੋ ਰਿਹਾ ਵਾ। ਔਰ ਸਾਡੀ ਇਹ 85% ਸਮੁੱਚੇ ਸਮਾਜ ਦੀ ਇਹ ਮੰਗ ਆ ਵੀ ਜਿਹੜੀ ਵੋਟ ਜਿਹੜੀ ਆ ਉਹ ਬੈਲਟ ਪੇਪਰ ਤੇ ਜਿਹੜੀ ਹੋਣੀ ਚਾਹੀਦੀ ਆ। ਔਰ ਸਾਡਾ ਤੀਜਾ ਵਾ ਜਿਹੜੇ ਨਿੱਜੀ ਖੇਤਰ ਹੈਗੇ ਆ, ਕਿਉਂਕਿ ਜਿਹੜੀ ਰਿਜ਼ਰਵੇਸ਼ਨ SC ST OBC ਨੂੰ ਮਿਲਦੀ ਆ ਉਹ ਸਿਰਫ ਮਿਲਦੀ ਆ ਸਰਕਾਰੀ ਅਦਾਰਿਆਂ ਦੇ ਵਿੱਚ। ਇਹ ਸਰਕਾਰ ਕੀ ਕਰ ਰਹੀ ਆ, ਉਹ ਸਰਕਾਰੀ ਅਦਾਰੇ ਜਿਹੜੇ ਆ ਉਹ ਨਿੱਜੀ ਘਰਾਣਿਆਂ ਦੇ ਹੱਥ ਦੇ ਰਹੀ ਆ ਔਰ ਪ੍ਰਾਈਵੇਟੇਸ਼ਨ ਵਾਲੇ ਪਾਸੇ ਵੱਧ ਰਹੀ ਆ। ਔਰ ਪ੍ਰਾਈਵੇਟੇਸ਼ਨ ਦੇ ਵਿੱਚ ਜੋ ਵਧਿਆ ਤਾਂ ਉਹਦੇ ਵਿੱਚ ਰਿਜ਼ਰਵੇਸ਼ਨ ਜਿਹੜੀ SC ST OBC ਦੀ ਉਹ ਖਤਮ ਹੋ ਰਹੀ ਆ। ਔਰ ਸਾਡੀ ਇਹ ਮੰਗ ਹੈਗੀ ਆ ਵੀ ਜੇ ਇਹ ਪ੍ਰਾਈਵੇਟ ਮਹਿਕਮੇ ਕਰ ਰਹੇ ਆ ਤੇ ਸਾਡੀ ਪ੍ਰਾਈਵੇਟ ਮਹਿਕਮਿਆਂ ਦੇ ਵਿੱਚ ਵੀ ਸਾਡੀ ਰਿਜ਼ਰਵੇਸ਼ਨ ਜਿਹੜੀ ਆ ਉਹ ਨੌਕਰੀਆਂ ਦੇ ਵਿੱਚ ਹਿੱਸੇਦਾਰੀ ਹੋਣੀ ਚਾਹੀਦੀ ਆ। ਸਾਥੀਓ, ਸਾਡੀ ਇੱਕ ਇਹ ਵੀ ਮੰਗ ਹੈ, ਸਾਡੇ ਜਿਹੜਾ ਮੁਲਾਜ਼ਮ ਆ ਉਹ 30-35 ਸਾਲ ਜਿਹੜਾ ਵਾ ਉਹ ਸਰਕਾਰ ਦੀ ਸੇਵਾ ਕਰਦਾ ਵਾ ਔਰ ਬੁਢਾਪੇ ਦੇ ਵੇਲੇ ਉਸ ਨੂੰ ਉਹਦਾ ਬਣਦਾ ਮਾਨ ਭੱਤਾ, ਉਹਨੂੰ ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਂਦੀ ਸੀ। ਇਹ 2001 ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਆਈ ਸੀ ਔਰ ਅਟਲ ਬਿਹਾਰੀ ਵਾਜਪਾਈ ਜਿਹੜੇ ਪ੍ਰਧਾਨ ਮੰਤਰੀ ਸੀ, ਉਹਨੇ ਸਭ ਤੋਂ ਪਹਿਲਾਂ ਇਹ ਮੁਲਾਜ਼ਮਾਂ ਦੀ ਪੈਨਸ਼ਨ ਜਿਹੜੀ ਆ ਉਹ ਬੰਦ ਕੀਤੀ ਸੀ। ਔਰ ਅਸੀਂ ਰਾਸ਼ਟਰੀ ਪਿਛੜਾ ਵਰਗ ਮੋਰਚੇ ਵੱਲੋਂ ਇਹ ਮੰਗ ਕਰਦੇ ਆ ਕਿ ਜਿਹੜੀ ਮੁਲਾਜ਼ਮਾਂ ਦੀ ਜਿਹੜੀ ਬੰਦ ਹੋਈ ਪੈਨਸ਼ਨ ਆ ਉਹ ਦੁਬਾਰਾ ਜਿਹੜੀ ਆ ਉਹ ਚਾਲੂ ਕੀਤੀ ਜਾਵੇ। ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਤੇ ਕੀ ਕੀਤਾ ਜਾਊਗਾ? ਔਰ ਜੇ ਵੀ ਹੱਲ ਨਹੀਂ ਹੁੰਦਾ ਤਾਂ ਹੁਣ ਜਿਹੜਾ ਵਾ SC ST OBC ਸਮਾਜ ਜਿਹੜਾ ਵਾ ਉਹ ਜਾਗ ਚੁੱਕਾ ਵਾ ਔਰ ਇਹ ਸੜਕਾਂ ਦੇ ਉਤਰਨ ਲਈ ਜਿਹੜੇ ਆ ਉਹ ਤਿਆਰ ਨੇ। ਔਰ ਅਸੀਂ ਚਾਹੁੰਦੇ ਆ ਵੀ ਸਰਕਾਰ ਇਮਾਨਦਾਰੀ ਨਾਲ ਇਹ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਪ੍ਰਵਾਨ ਕਰ ਲਵੇ। ਔਰ ਜੇ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ ਤਾਂ ਅਸੀਂ ਜਿਹੜਾ ਵਾ ਸੜਕਾਂ ਦੇ ਉਤਰਨ ਲਈ ਜਿਹੜੇ ਆ ਅਸੀਂ ਤਿਆਰ ਹਾਂ। ਇਹ ਸਨ ਰਾਸ਼ਟਰੀ ਪਿਛੜਾ ਵਰਗ ਦੇ ਅਤੇ OBC ਜਿਹੜੇ ਮੋਰਚੇ ਦੇ ਮੈਂਬਰ, ਜਿਨ੍ਹਾਂ ਨੇ ਕਿ ਸਾਨੂੰ ਜਿਹੜਾ 25 ਮਈ ਨੂੰ ਭਾਰਤ ਬੰਦ ਦਾ ਜਿਹੜਾ ਇਹਨਾਂ ਨੇ ਸਾਦਾ ਦਿੱਤਾ ਉਸ ਬਾਰੇ ਡਿਟੇਲ ਦੇ ਵਿੱਚ ਸਾਨੂੰ ਦੱਸਿਆ। ਔਰ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਗੀਆਂ ਜਾਣਗੀਆਂ ਤਾਂ ਸੰਘਰਸ਼ ਨੂੰ ਜਿਹੜਾ ਕਿ ਉਹ ਤਿੱਖਾ ਕਰ ਦਿੱਤਾ ਜਾਵੇਗਾ। ਤੁਸੀਂ ਦੇਖ ਰਹੇ ਹੋ LBS ਨਿਊਜ਼। ਮੈਂ ਮਨਪ੍ਰੀਤ ਸਿੰਘ ਆਜ਼ਾਦ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਧੰਨਵਾਦ।